अनिल बागी हॉस्पिटल जो कि मॉडल टाउन ਫਿਰੋਜ਼ਪੁਰ ਵਿਖੇ ਸਥਿਤ ਹੈ। ਡਾਕਟਰ ਤੇਜਿੰਦਰ ਬੱਲਾ ਜੋ ਕਿ ਆਰਥੋ ਦੇ ਮਾਹਿਰ ਹਨ ਤੇ ਹੱਡੀਆਂ ਦੇ ਮਰੀਜ਼ਾਂ ਲਈ ਇੱਕ ਵਰਦਾਨ ਸਾਬਿਤ ਹੋ ਰਹੇ ਹਨ। ਸਾਡੀ ਪੰਜਾਬ ਪਲੱਸ ਦੀ ਟੀਮ ਨੇ ਡਾਕਟਰ ਤੇਜਿੰਦਰ ਬੱਲਾ ਜੀ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਪੇਸ਼ ਹੈ ਇੱਕ ਰਿਪੋਰਟ। ਅੱਜ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਡਾਕਟਰ ਤੇਜਿੰਦਰ ਬੱਲਾ ਜੀ ਦੇ ਨਾਲ, ਜਿਹੜੇ ਪਿਛਲੇ ਲੰਬੇ ਸਮੇਂ ਤੋਂ ਆਰਥੋ ਦੇ ਫੀਲਡ 'ਚ ਆਪਣੇ ਸੇਵਾਵਾਂ ਦੇ ਰਹੇ। ਡਾਕਟਰ ਸਾਹਿਬ ਤੁਹਾਨੂੰ ਵੈਲਕਮ, ਥੈਂਕ ਯੂ। ਦੱਸੋ, ਆਰਥੋ ਜਿਹੜਾ ਕਿ ਕਿਸੇ ਜ਼ਮਾਨੇ ਦੇ ਵਿੱਚ ਜਦੋਂ ਕਿਸੇ ਬੰਦਾ ਕੋਈ ਬਜ਼ੁਰਗ ਹੋ ਜਾਂਦਾ ਸੀਗਾ, ਲੱਤਾਂ ਗੋਡੇ ਦੁਖਦੇ ਹੁੰਦੇ ਸੀਗੇ ਤੇ ਬੜਾ ਘਰ ਦੇ ਵਿੱਚ ਪਰੇਸ਼ਾਨੀ ਜਿਹੀ ਹੋ ਜਾਂਦੀ ਸੀ, ਹੈ ਹੁਣ ਤਾਂ ਮਤਲਬ ਇਹਨੂੰ ਔਖਾ ਹੋ ਗਿਆ, ਗੋਡੇ ਦੁਖਣ ਲੱਗ ਗਏ। ਲੇਕਿਨ ਅੱਜ ਕੱਲ੍ਹ ਇਹ ਪ੍ਰੋਬਲਮ ਜਿਹੜੀ ਬੜੀ ਅਰਲੀ ਸਟੇਜ ਤੋਂ 40-45 ਸਾਲ ਤੋਂ ਸ਼ੁਰੂ ਹੋ ਗਈ, ਕੀ ਕਾਰਨ? ਇੱਕ ਤਾਂ ਸਾਡਾ ਜੋ ਰਹਿਣ ਸਹਿਣ ਹੈ ਉਹ ਕਾਫੀ ਬਦਲ ਚੁੱਕਾ ਹੈ ਪਹਿਲਾਂ ਨਾਲੋਂ। ਹੁਣ ਜਿਹੜਾ ਪਹਿਲਾਂ ਐਕਸਰਸਾਈਜ਼ ਕਰਦੇ ਸੀ ਲੋਕ, ਹੁਣ ਉਸ ਦੇ ਹਿਸਾਬ ਨਾਲ ਐਕਸਰਸਾਈਜ਼ ਨਹੀਂ ਕਰਦੇ। ਆਪਣਾ ਕੰਫਰਟ ਲੈਵਲ ਉਹਨਾਂ ਨੇ ਜ਼ਿਆਦਾ ਵਧਾ ਲਿਆ ਹੈ। ਸਾਈਕਲਿੰਗ ਪਾਰਟ ਘਟਾ ਦਿੱਤਾ ਹੈ। ਡਾਈਟਸ ਪਹਿਲਾਂ ਵਰਗੀਆਂ ਨਹੀਂ ਰਹੀਆਂ, ਜਿਨ੍ਹਾਂ ਕਰਕੇ ਇਹ ਦਿੱਕਤਾਂ ਹੁਣ ਜ਼ਿਆਦਾ ਆ ਰਹੀਆਂ ਹੈ। ਗਠੀਆ ਕਈ ਟਾਈਪ ਦਾ ਸੀਗਾ, ਉਹਨਾਂ ਵਿੱਚ ਗੋਡੇ ਜਲਦੀ ਖਰਾਬ ਹੋ ਜਾਂਦੇ ਹੈਗੇ ਆ, ਉਹ ਜਲਦੀ ਪ੍ਰੈਜ਼ੈਂਟ ਕਰਦੇ ਪੇਸ਼ੈਂਟ। ਦੂਜਾ, ਪੇਸ਼ੈਂਟਸ ਐਕਸਰਸਾਈਜ਼ ਵਾਲਾ ਪਾਰਟ ਵੀ ਆਪਣਾ ਘਟਾ ਕੇ ਆਪਣੀ ਕੰਫਰਟ ਲੈਵਲ ਨੂੰ ਵਧਾਇਆ ਹੋਇਆ ਉਹਨਾਂ ਨੇ। ਆਪਣੀ ਐਕਸਰਸਾਈਜ਼ ਪ੍ਰੋਪਰ ਨਹੀਂ ਕਰਦੇ, ਵੇਟਸ ਵੱਧ ਚੁੱਕੇ ਲੋਕਾਂ ਦੇ, ਡਾਈਟ ਉਹਨਾਂ ਦੀ ਖਰਾਬ ਹੋ ਚੁੱਕੀ ਹੈ, ਫਾਸਟ ਫੂਡ ਵੱਲ ਜ਼ਿਆਦਾ ਜਾ ਰਹੇ ਹੈਗੇ ਆ। ਇਸੇ ਕਰਕੇ ਜੁਆਇੰਟਸ ਦੀ ਦਿੱਕਤਾਂ, ਗੋਡਿਆਂ ਦੀ ਦਿੱਕਤਾਂ, ਚੂਲਿਆਂ ਦੀ ਦਿੱਕਤਾਂ ਇਹ ਬੜੀਆਂ ਕਾਮਨ ਹੋ ਰਹੀਆਂ ਹੈਗੀਆਂ। ਕਿਸ ਸਟੇਜ 'ਤੇ ਅਸੀਂ ਮੰਨੀਏ ਕਿ ਅਸੀਂ ਮਤਲਬ ਉਸ ਕੰਡੀਸ਼ਨ 'ਚ ਆ ਗਏ ਕਿ ਹੁਣ ਸਾਨੂੰ ਗੋਡੇ ਬਦਲਣੇ ਪੈਣੇ? ਜਦੋਂ ਚੱਲਣਾ ਬਹੁਤ ਹੀ ਔਖਾ ਹੋ ਜਾਵੇ, ਗੋਡਿਆਂ ਦੇ ਵਿੱਚ ਵਿੰਗ ਪੈ ਜਾਵੇ, ਪਤਾ ਲੱਗ ਰਿਹਾ ਕਿ ਪੇਸ਼ੈਂਟ ਚੱਲ ਰਿਹਾ ਹੈ ਸਾਹਮਣਿਓਂ ਔਰ ਉਹਦਾ ਚੱਲਣਾ ਸਿੱਧਾ ਨਹੀਂ ਹੈ, ਲਚਕ ਮਾਰ ਕੇ ਚੱਲ ਰਿਹਾ ਹੈ, ਜਾਂ ਬਹੁਤ ਅਸਹਿਨੀय ਦਰਦ ਹੋ ਜਾਂਦੀ ਹੈ, ਉਦੋਂ ਅਸੀਂ ਉਹਨਾਂ ਨੂੰ ਗੋਡੇ ਬਦਲਣ ਦੀ ਸਲਾਹ ਦਿੰਦੇ ਹਾਂ। ਕਈ ਵਾਰ ਪੇਸ਼ੈਂਟ ਦੇ ਐਕਸਰੇ ਬਹੁਤ ਜ਼ਿਆਦਾ ਖਰਾਬ ਹੁੰਦੇ ਆ, ਲੇਕਿਨ ਪੇਸ਼ੈਂਟ ਨੂੰ ਇੰਨੀ ਦਿੱਕਤ ਨਹੀਂ ਹੁੰਦੀ। ਬਟ ਕਈ ਵਾਰ ਉਲਟਾ ਵੀ ਹੁੰਦਾ ਹੈ, ਪੇਸ਼ੈਂਟ ਦੇ ਐਕਸਰੇ ਦੇਖਣ ਨੂੰ ਵਧੀਆ ਵੀ ਹੁੰਦੇ ਹੈਗੇ, ਠੀਕ ਹੁੰਦੇ ਹੈਗੇ, ਬਟ ਸਟਿਲ ਪੇਸ਼ੈਂਟ ਦੀ ਪੇਨ ਅਨਬੀਅਰੇਬਲ ਹੁੰਦੀ ਹੈ। ਪਹਿਲਾਂ ਸਾਰੇ ਦਵਾਈਆਂ ਦੇ ਨਾਲ, ਫਿਜ਼ੀਓਥੈਰੇਪੀ ਮੈਜਰਸ ਦੇ ਨਾਲ ਪ੍ਰੀਕਾਸ਼ਨਸ ਦੱਸੀਆਂ ਜਾਂਦੀਆਂ ਵਾ, ਉਸ ਦੇ ਬਾਵਜੂਦ ਵੀ ਜਦੋਂ ਠੀਕ ਨਹੀਂ ਹੁੰਦੀ, ਐਕਸਰੇ ਖਰਾਬ ਹੋ ਰਹੇ ਹੁੰਦੇ, 6 ਮਹੀਨੇ ਬਾਅਦ ਐਕਸਰੇ ਚੇਂਜਿਸ ਆ ਜਾਂਦੀਆਂ, ਸਾਲ ਬਾਅਦ ਆ ਜਾਂਦੀਆਂ, ਉਦੋਂ ਅਸੀਂ ਉਹਨਾਂ ਨੂੰ ਰਿਕਮੈਂਡ ਕਰਦੇ ਹਾਂ ਕਿ ਤੁਸੀਂ ਗੋਡੇ ਬਦਲਾ ਲਓ। ਪ੍ਰੋਬਬਲੀ ਇਹ 60 ਸਾਲ ਤੋਂ ਬਾਅਦ ਹੀ ਬੈਟਰ ਰਹਿੰਦੇ ਹੈਗੇ ਆ। ਅਤੇ ਬਟ ਕਈ ਲੜਕੀਆਂ, ਲੇਡੀਜ਼ ਹੈਗੀਆਂ ਸਪੈਸ਼ਲੀ, ਜਿਨ੍ਹਾਂ 'ਚ ਗਠੀਆ ਹੁੰਦਾ ਹੈ ਔਰ ਉਹਨਾਂ ਦੇ ਗੋਡੇ ਅੱਜ ਕੱਲ੍ਹ ਦੇਖਿਆ ਜਾ ਰਿਹਾ ਕਿ 45-50 ਸਾਲ ਦੀ ਉਮਰ 'ਚ ਖਰਾਬ ਹੋ ਰਹੇ ਹੈਗੇ ਆ, ਫਿਰ ਉਹਨਾਂ ਵਿੱਚ ਅਸੀਂ ਜਲਦੀ ਵੀ ਗੋਡੇ ਬਦਲ ਦਿੰਦੇ ਹਾਂ। ਐਂਡ ਸਰ, ਤੁਸੀਂ ਇੱਕ ਪ੍ਰੀਵੈਂਟਿਵ ਡਾਕਟਰ ਮੰਨੇ ਜਾਂਦੇ ਹੋ, ਕਿਉਂਕਿ ਤੁਸੀਂ ਬੜੀ ਲੰਬੇ ਚਿਰ ਲੋਕਾਂ ਨੂੰ, ਪੇਸ਼ੈਂਟਸ ਨੂੰ ਨਿਜਾਤ ਦੇ ਦਿੰਦੇ ਹੋ ਦਰਦਾਂ ਤੋਂ। ਕੀ ਕਾਰਨ ਹੈ? ਕਿੱਦਾਂ ਫਿਰ ਤੁਸੀਂ, ਕੀ ਮਤਲਬ ਤੁਹਾਡੇ ਪ੍ਰੋਸੀਜਰਸ ਆ ਕਿ ਡਾਕਟਰ ਸਾਹਿਬ ਤੁਹਾਡਾ ਮੰਨਿਆ ਜਾਂਦਾ ਕਿ ਇਹ ਪ੍ਰੀਵੈਂਟਿਵ ਡਾਕਟਰ ਹੈ, ਗੋਡੇ ਬਦਲਣ ਵਾਲਾ ਨਹੀਂ, ਗੋਡੇ ਬਚਾਉਣ ਵਾਲਾ ਡਾਕਟਰ? ਹਾਂਜੀ, ਉਹਦੇ ਵਿੱਚ ਮੈਜਰ ਡਿਪੈਂਡ ਕਰਦੇ ਆ ਕਿ ਪੇਸ਼ੈਂਟ ਸਾਡੇ ਤੋਂ ਕਿਹੜੀ ਸਟੇਜ 'ਤੇ, ਕਿਹੜੀ ਏਜ 'ਤੇ ਆ ਰਿਹਾ ਹੈ। ਜੇ ਯੰਗ ਏਜ 'ਤੇ ਆਉਂਦਾ ਹੈ ਤਾਂ ਉਹ 'ਚ ਅਲੱਗ-ਅਲੱਗ ਮੈਜਰਸ ਹੁੰਦੇ ਆ, ਜਿੱਦਾਂ ਕਿ ਉਹ ਆਪਣੇ ਵੇਟ ਭਾਰ ਘਟਾ ਸਕਦਾ ਹੈ। ਕੁਝ ਪ੍ਰੀਕਾਸ਼ਨਸ ਅਸੀਂ ਦੱਸਦੇ ਹਾਂ, ਪੌੜੀਆਂ ਘੱਟ ਚੜ੍ਹੋ, ਗੋਡਿਆਂ ਦੀ ਚੌਂਕੜੀ ਨਹੀਂ ਮਾਰਨੀ, ਪੈਰਾਂ ਭਾਰ ਨਹੀਂ ਪੈਣਾ, ਆਪਣੀ ਐਕਸਰਸਾਈਜ਼ ਕਰੋ। ਫਿਰ ਫਿਜ਼ੀਓਥੈਰੇਪੀ ਦਾ ਬਹੁਤ ਵੱਡਾ ਰੋਲ ਹੈ। ਸਾਡੇ ਫਿਜ਼ੀਓਥੈਰੇਪਿਸਟ ਹੈਗੇ ਡਾਕਟਰ ਸ਼ੀਖਾ, ਉਹ ਪ੍ਰੋਪਰਲੀ ਇਨਵੋਲਵ ਹੁੰਦੇ ਹੈਗੇ ਆ, ਉਹਨਾਂ ਨੂੰ ਗਾਈਡ ਕਰਦੇ ਆ। ਇਹਨਾਂ ਮੈਜਰਸ ਨਾਲ ਉਹਨਾਂ ਦੀ ਪੇਨ ਕੰਪੈਰੇਟਿਵਲੀ ਘੱਟ ਜਾਂਦੀ ਹੈ। ਉਸ ਤੋਂ ਬਾਅਦ ਥੋੜ੍ਹੇ ਜਿਹੇ ਇੰਟਰਵੈਂਸ਼ਨਲ ਪ੍ਰੋਸੀਜਰਸ ਵੀ ਹੁੰਦੇ ਆ। ਫਿਰ ਡਿਪੈਂਡ ਕਰਦਾ ਕਿ ਪੇਸ਼ੈਂਟ ਦੀ ਪ੍ਰੋਬਲਮ ਕੀ ਹੈ। ਸਿੰਪਲ ਗੋਡਾ ਖਰਾਬ ਹੋਣਾ ਸ਼ੁਰੂ ਹੋਇਆ ਹੈ ਕਿ ਵਿਚਕਾਰਲੇ ਗੋਡੇ ਦੇ ਅੰਦਰਲੇ ਸਟਰਕਚਰਸ, ਲਿਗਾਮੈਂਟ, ਮਿਨਿਸਕਸ, ਉਹ ਖਰਾਬ ਤਾਂ ਨਹੀਂ ਹੋ ਰਹੇ। ਫਿਰ ਡਾਇਗਨੋਜ਼ ਦੇ ਅਕੋਰਡਿੰਗਲੀ ਉਸ ਨੂੰ ਟਰੀਟ ਕੀਤਾ ਜਾਂਦਾ ਹੈ। ਪਹਿਲਾਂ ਡਾਇਗਨੋਸਿਸ ਬਣਾਇਆ ਜਾਂਦਾ ਹੈ, ਉਸ ਦੇ ਅਕੋਰਡਿੰਗਲੀ ਫਿਰ ਉਹਨਾਂ ਨੂੰ ਟਰੀਟਮੈਂਟ ਦੀ ਸਹੂਲੀਅਤ ਦਿੱਤੀ ਜਾਂਦੀ ਹੈ। ਅਸਾਂ ਅਗਰ ਆਪਾਂ ਗੱਲ ਕਰੀਏ, ਕਈ ਵਾਰ ਇੱਦਾਂ ਹੁੰਦਾ ਕਿ ਗੋਡਾ ਜਿਹੜਾ ਹੈਗਾ ਬੰਦੇ ਦਾ ਘਸ ਗਿਆ ਔਰ ਲੋਕ ਟੋਟਕਿਆਂ 'ਚ ਪੈ ਰਹਿੰਦੇ ਆ ਔਰ ਬੜਾ ਲੰਬਾ ਸਮਾਂ ਨਿਕਾਲ ਦਿੰਦੇ ਆ, ਉਦੋਂ ਤੱਕ ਕਿ ਜਦੋਂ ਕਿ ਦੋਨੇ ਗੋਡੇ ਨਾ ਖਰਾਬ ਹੋ ਜਾਣ। ਕੀ ਕਹਿਣਾ ਚਾਹੁੰਦੇ? ਦੇਖੋ, ਕਈ ਵਾਰ ਕੀ ਹੁੰਦਾ ਹੈ ਕਿ ਦੋਨੋਂ ਗੋਡੇ ਖਰਾਬ ਹੁੰਦੇ ਆ, ਬਟ ਇੱਕ ਗੋਡਾ ਬਹੁਤ ਜ਼ਿਆਦਾ ਖਰਾਬ ਹੁੰਦਾ ਹੈ। ਉਸ ਵਿੱਚ ਕੀ ਹੁੰਦਾ ਕਿ ਦੂਜੇ ਗੋਡੇ 'ਚ ਪੇਨ ਇੰਨੀ ਜ਼ਿਆਦਾ ਨਹੀਂ ਹੁੰਦੀ। ਇੱਕ ਗੋਡੇ ਨੂੰ ਬਦਲਣ ਦੇ ਨਾਲ ਦੂਜੇ ਗੋਡੇ ਦਾ ਲੋਡ ਵੀ ਘੱਟ ਜਾਂਦਾ ਹੈ, ਜਿਸ ਕਰਕੇ ਉਹਦੀ ਲਾਈਫ ਵੱਧ ਜਾਂਦੀ ਹੈ। ਦੂਜੇ ਗੋਡੇ ਦੇ ਜਿਹੜੇ ਚੇਂਜਿਸ ਆ ਰਹੇ ਹੁੰਦੇ ਆ, ਉਹਨਾਂ ਦੀ ਪ੍ਰੋਗਰੈਸ਼ਨ ਥੋੜ੍ਹੀ ਕੰਪੈਰੇਟਿਵਲੀ ਸਲੋ ਹੋ ਜਾਂਦੀ ਆ ਔਰ ਕੁਛ ਸਾਲ ਕੱਢ ਜਾਂਦਾ ਹੈ। ਬਟ ਜਦੋਂ ਇਹ ਟੋਟਕਿਆਂ ਵਗੈਰਾ 'ਚ ਪੈ ਜਾਂਦੇ ਹੈਗੇ ਆ, ਡਾਕਟਰਸ ਨੂੰ ਅਵੋਇਡ ਕਰਦੇ ਆ। ਮੇਰੇ ਕੋਲ ਇੱਦਾਂ ਦੇ ਵੀ ਐਕਸਰੇ ਹੈਗੇ ਆ, ਜਿਹੜੇ ਜਿੱਦਾਂ ਪੇਸ਼ੈਂਟ ਆਇਆ, ਪਹਿਲਾਂ ਐਕਸਰੇ ਵਧੀਆ ਸੀ ਔਰ 6 ਮਹੀਨੇ ਤੱਕ ਆਉਂਦੇ ਉਹਦੇ ਇੰਨਾ ਬੁਰਾ ਹਾਲ ਹੋ ਗਿਆ ਗੋਡੇ ਦਾ, ਉਸ ਤੋਂ ਬਾਅਦ ਉਹਨਾਂ ਦੇ ਫਿਰ ਗੋਡੇ ਦੋਨੋਂ ਹੀ ਬਦਲਣੇ ਪਏ। ਦੱਸੋ, ਜਿਸ ਤਰੀਕੇ ਨਾਲ ਅੱਜ ਆਪਣੇ ਯੰਗ ਲੀਡਰ, ਜਿੱਦਾਂ ਤੁਸੀਂ ਪਹਿਲਾਂ ਗੱਲ ਕੀਤੀ ਆ, ਜੰਕ ਫੂਡਸ ਦੀ ਗੱਲ ਕੀਤੀ ਆ, ਲੈਕ ਆਫ ਐਕਸਰਸਾਈਜ਼ ਦੀ ਗੱਲ ਕੀਤੀ ਆ, ਅੱਜ ਕੱਲ੍ਹ ਦਾ ਸਾਰਾ ਕੁਝ ਜਿਹੜਾ ਮੋਬਾਈਲ 'ਤੇ ਹੋ ਗਿਆ ਹੈਗਾ, ਅਤੇ ਬੱਚੇ ਜਿਹੜੇ ਇਨਡੋਰ ਐਕਟੀਵਿਟੀਜ਼ ਦੇ ਉੱਤੇ ਜ਼ਿਆਦਾ ਲੱਗੇ ਆ।
ਕੀ ਕਹਿਣਾ ਚਾਹੋਗੇ ਕਿਸ ਤਰੀਕੇ ਦੇ ਨਾਲ, ਕਿਉਂਕਿ ਆਪਾਂ ਅਵਾਇਡ ਵੀ ਨਹੀਂ ਕਰ ਸਕਦੇ ਗੇ, ਜਿੱਦਾਂ ਕਰੋਨਾ ਦਾ ਮਹਾਮਾਰੀ ਜਿਹੜੀ ਉਹ ਵੀ ਫੈਲੀ ਹੋਈ ਹੈਗੀ ਆ, ਉਹਦੇ 'ਚ ਵੀ ਲੋਕਾਂ ਬੱਚਿਆਂ ਨੂੰ ਬਾਹਰ ਜਾਣ ਤੋਂ ਆਪਾਂ ਅਵਾਇਡ ਕਰਦੇ ਹਾਂ, ਇਵਨ ਸਕੂਲਸ ਵੀ ਨਹੀਂ ਖੁੱਲ੍ਹੇ ਹੋਏ, ਉਹਦੇ ਬਾਰੇ ਕੀ ਕਹਿਣਾ? ਦੇਖੋ ਘਰ ਕਈਆਂ ਦੇ ਘਰੇ ਆਪਣਾ ਵਿਹੜਾ ਹੁੰਦਾ ਹੈ, ਉਹਨੂੰ ਯੂਟਿਲਾਈਜ਼ ਕਰ ਸਕਦੇ ਹੋ, ਆਪਣੀ ਮੋਬਾਈਲ ਐਕਟੀਵਿਟੀਜ਼ ਘਟਾ ਕੇ ਘਰ ਦੇ ਬਾਕੀ ਪਰਿਵਾਰ ਮੈਂਬਰਸ ਨਾਲ ਛੋਟੀ ਮੋਟੀ ਗੇਮਸ ਖੇਡ ਸਕਦੇ ਆ। ਘਰ 'ਚ ਬੱਚੇ ਹੁੰਦੇ ਉਹਨਾਂ ਨੂੰ ਇਨਵੋਲਵ ਕਰ ਸਕਦੇ ਆ, ਘਰ ਦੀ ਐਕਟੀਵਿਟੀਜ਼ ਘਰ ਦੇ ਛੱਤ 'ਤੇ ਜਾ ਕੇ ਖੇਡ ਸਕਦੇ ਹੋ, ਜਾਂ ਪ੍ਰੀਕਾਸ਼ਨਸ ਲੈ ਕੇ ਪ੍ਰੋਪਰ ਮਾਸਕ ਯਾਨੀ ਜਿੱਦਾਂ ਦੱਸਿਆ ਜਾਂਦਾ ਹੈ, ਔਰ ਜ਼ਿਆਦਾ ਲੋਕਾਂ ਦੇ ਇਕੱਠ ਨੂੰ ਅਵੋਇਡ ਨਾ ਕਰਦੇ, ਗਲੀ ਵਿੱਚ ਤੁਸੀਂ ਟਹਿਲ ਸਕਦੇ ਹੋ ਆਪਣੇ, ਇਹ ਪ੍ਰੀਕਾਸ਼ਨਸ ਹਜੇ ਲੈ ਸਕਦੇ ਆ। ਦੂਜਾ ਹੈ ਕਿ ਡਾਈਟ, ਜਿੰਨੀ ਭੁੱਖ ਲੱਗਦੀ ਉਸ ਤੋਂ ਕੰਪੈਰੇਟਿਵਲੀ ਥੋੜ੍ਹਾ ਖਾਣਾ ਘੱਟ ਖਾਓ, ਸਪੈਸ਼ਲੀ ਰਾਤ ਦਾ ਖਾਣਾ ਹੈਵੀ ਨਾ ਖਾਓ, ਉਹਦੇ ਨਾਲ ਤੁਹਾਡਾ weight ਥੋੜ੍ਹਾ ਚੈੱਕ ਵਿੱਚ ਰਹੇਗਾ। ਫਾਈਬਰ ਡਾਈਟ ਐਡ ਕਰ ਸਕਦੇ ਹੋ ਤੁਸੀਂ, ਉਹ ਤੁਹਾਨੂੰ ਹੈਲਪ ਕਰੇਗੀ, ਤੁਹਾਡਾ ਡਾਈਜੈਸ਼ਨ ਵਿੱਚ ਵੀ ਹੈਲਪ ਕਰੇਗੀ। ਔਰ ਜੰਕ ਫੂਡ, ਇੱਕ ਤਾਂ ਅੱਛੀ ਗੱਲ ਹੋ ਗਈ ਕਰੋਨਾ 'ਚ ਕਿ ਬਾਹਰਲਾ ਜੰਕ ਫੂਡ ਦਾ ਫॉर ਦਾ ਟਾਈਮ ਬਿੰਗ ਰੁਕਿਆ ਹੋਇਆ ਹੈ, ਬਟ ਲੋਕ ਉਲਟਾ ਘਰੇ ਆਪਣਾ ਫੈਟੀ ਡਾਈਟ ਬਣਾ ਲੈਂਦੇ ਹੈਗੇ, ਅਤੇ ਉਹ ਕੰਪੈਰੇਟਿਵਲੀ ਥੋੜ੍ਹਾ ਘੱਟ ਬਣਾਓ ਤਾਂ ਵਧੀਆ ਰਹਿੰਦਾ ਹੈ। ਦੱਸੋ ਤੁਹਾਡਾ ਇੱਕ ਸੁਪਰ ਸਪੈਸ਼ਲਿਟੀ ਹਸਪੀਟਲ ਹੈ ਜਿਹਦੇ 'ਚ ਕੇਵਲ ਗੁੱਡੇ ਚੁੱਲੇ ਬਦਲਣ ਦਾ ਜਾਂ ਆਰਥੋ ਦੀ ਪ੍ਰੋਬਲਮਸ ਦਾ ਨਹੀਂ, ਬਲਕਿ ਇੱਕ ਤੁਹਾਡੇ ਕੋਲ ਹਰ ਤਰ੍ਹਾਂ ਦੀ ਇੱਕੋ ਛੱਤ ਦੇ ਥੱਲੇ ਇਲਾਜ ਹੈਗਾ। ਕੀ ਕਹਿਣਾ ਚਾਹੋਗੇ ਕਿ ਅਗਰ ਕਿਸੇ ਦੇ ਗੋਡੇ ਖਰਾਬ ਆ, ਕਿਸੇ ਨੇ ਬਦਲਾਣੇ ਆ, ਤਾਂ ਇੱਕ ਪ੍ਰਾਇਮਰੀ ਇੰਸਟੀਚਿਊਟ ਚਾਹਵੇ ਜਿੱਥੇ ਹਰ ਤਰ੍ਹਾਂ ਦੀਆਂ ਫੈਸਿਲਿਟੀਆਂ ਜਿੱਦਾਂ ਆਪਾਂ ਬਾਕੀ ਹਸਪੀਟਲ ਦੇਖਦੇ, ਕੀ ਕਹਿਣਾ ਚਾਹੋਗੇ? ਦੇਖੋ ਜਦੋਂ ਗੋਡੇ ਖਰਾਬ ਹੁੰਦੇ ਆ ਤਾਂ ਪੇਸ਼ੈਂਟ ਦੀ ਏਜ 60+ ਹੁੰਦੀ ਹੈ, ਉਸ ਏਜ ਤੱਕ ਆਉਂਦੇ ਪੇਸ਼ੈਂਟ ਨੂੰ ਹੋਰ ਪ੍ਰੋਬਲਮਸ ਵੀ ਹੁੰਦੀਆਂ, ਜਿਵੇਂ ਕਿ ਹਾਰਟ ਦੀ ਪ੍ਰੋਬਲਮ ਹੁੰਦੀ ਹੈ, ਸ਼ੂਗਰ ਦੀ ਹੁੰਦੀ ਹੈ, ਜਾਂ ਕੋਈ ਹੋਰ ਮੇਜਰ ਪ੍ਰੋਬਲਮ ਵੀ ਹੁੰਦੀ ਹੈ, ਜਿਹੜਾ ਕਿ ਇੱਕ ਇੰਸਟੀਟਿਊਸ਼ਨਲ ਲੈਵਲ 'ਤੇ ਐਜ਼ ਅ ਟੀਮ ਵਰਕ ਨਿਊਰੋ ਸਰਜਨ ਹੈਗੇ, ਐਨਐਸਸੀ ਦੇ ਡਾਕਟਰ, ਮੈਡੀਸਿਨ ਕਾਰਡੀਓਲੋਜਿਸਟ ਦੇ ਡਾਕਟਰ ਹੈਗੇ ਆ, ਉਹ ਇੱਕ ਮਲਟੀਪਲ ਓਪੀਨੀਅਨ ਦੇ ਨਾਲ ਪੇਸ਼ੈਂਟ ਦੀ ਰਿਕਵਰੀ ਫਾਸਟ ਹੋ ਜਾਂਦੀ ਹੈ। ਪੇਸ਼ੈਂਟ ਨੂੰ ਸਰਜਰੀ ਲਈ ਲੈਣਾ ਹੈ, ਉਹਦੀ ਫਿਟਨੈਸ ਜ਼ਰੂਰੀ ਹੈ, ਪਹਿਲਾਂ ਇਹ ਟੀਮ ਵਰਕ ਹੁੰਦਾ ਹੈ, ਮੈਡੀਸਿਨ ਦੇ ਡਾਕਟਰ, ਹਾਰਟ ਦੇ ਡਾਕਟਰ ਦੇਖਦੇ ਹੈ, ਉਹ ਫਿਟਨੈਸ ਦਿੰਦੇ ਹੈਗੇ, ਔਰ ਪੋਸਟ ਆਫ ਪੇਸ਼ੈਂਟ ਦੀ ਓਨਾ ਹੀ ਜ਼ਰੂਰੀ ਹੈ। ਉਹ ਪੀਰੀਅਡ ਜਿੰਨਾ ਬੈਟਰ ਔਰ ਜਿੰਨਾ ਫ੍ਰੀ ਜਾਏਗਾ, ਪ੍ਰੋਬਲਮਸ ਫ੍ਰੀ ਜਾਏਗਾ, ਉਨਾ ਹੀ ਪੇਸ਼ੈਂਟ ਲਈ ਬੈਟਰ ਰਹੇਗਾ। ਪੇਸ਼ੈਂਟ ਇਸ ਚੀਜ਼ ਨੂੰ ਅੱਛਾ ਫੀਲ ਕਰੇਗਾ ਔਰ ਅੱਗੇ ਜਾ ਕੇ ਹੋਰ ਪੇਸ਼ੈਂਟਸ ਨੂੰ ਵੀ ਰეკਮੈਂਡ ਕਰੇਗਾ। ਅੰਡਰ ਸਰ ਜਿਸ ਤਰੀਕੇ ਨਾਲ ਇਹ ਹਸਪੀਟਲ ਦੇ ਵਿੱਚ ਸਾਰੀਆਂ ਸਕੀਮਾਂ, ਚਾਹੇ ਉਹ ਆਯੁਸ਼ਮਾਨ ਹੈ, ਚਾਹੇ ਹੋਰ ਸਕੀਮਾਂ ਨੇ, ਚਾਹੇ ਮਿਲਟਰੀ ਦੀਆਂ ਕੋਈ ਸਕੀਮਾਂ ਨੇ, ਤਕਰੀਬਨ ਸਾਰੀਆਂ ਸਕੀਮਾਂ ਇਸ ਹਸਪੀਟਲ 'ਚ ਲਾਗੂ ਹੁੰਦੀਆਂ, ਔਰ ਇਹਦੇ 'ਚ ਲੋਕਾਂ ਨੂੰ ਪਰੇਸ਼ਾਨ ਨਹੀਂ ਹੋਣ ਦਾ ਤੁਸੀਂ ਤੁਹਾਡੀ ਟੀਮ ਜਿਹੜੀ ਬਣੀ ਹੋਈ ਆ ਇਹਨਾਂ ਚੀਜ਼ਾਂ ਦੀ, ਉਹ ਉਹਨਾਂ ਨੂੰ ਗਾਈਡ ਕਰਦੇ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਦੇਖੋ ਸਾਡੇ ਅਲੱਗ-ਅਲੱਗ ਲੋਕ ਇਸ ਪਰਪਸ ਲਈ ਅਸਾਈਨਡ ਹੈਗੇ ਆ, ਜਿੱਦਾਂ ਕਿ TPAs ਹੁੰਦੇ ਹੈਗੇ, ਇੰਸ਼ੋਰੈਂਸ ਵਰਕ ਹੈਗੇ ਆ, ਤਾਂ ਉਹਨਾਂ ਲਈ ਸੈਪਰੇਟ ਬੰਦਾ ਹੈ, ECHS ਜਾਂ ਹੋਰ ਪਾਲਿਸੀਜ਼ ਦੇਖਣ ਲਈ ਸੈਪਰੇਟ ਪਰਸਨ ਹੈ, ਔਰ ਆਯੁਸ਼ਮਾਨ ਦਾ ਵਰਕ ਕਰਨ ਲਈ ਸੈਪਰੇਟ ਪਰਸਨ ਹੈ। ਕਿਸ ਤਰ੍ਹਾਂ ਦਾ ਕੇਸ ਹੈ, ਕਿਸ ਤਰ੍ਹਾਂ ਦੀ ਪ੍ਰੋਬਲਮ ਹੈ, ਉਹ ਕਵਰ ਹੋਏਗੀ ਕਿ ਨਹੀਂ ਹੋਏਗੀ, ਪੇਸ਼ੈਂਟ ਨੂੰ ਪਹਿਲਾਂ ਹੀ ਸਾਰਾ ਕਲੀਅਰਲੀ ਦੱਸ ਦਿੱਤਾ ਜਾਂਦਾ ਹੈ, ਉਸ ਦੇ ਅਕੋਰਡਿੰਗਲੀ ਅਪਰੂਵਲਸ ਮੰਗਵਾਏ ਜਾਂਦੇ ਆ, ਅਤੇ ਫਿਰ ਪੇਸ਼ੈਂਟ ਦਾ ਇਲਾਜ ਕੀਤਾ ਜਾਂਦਾ ਹੈ। ਇਹ ਥੋੜ੍ਹਾ ਜਿਹਾ ਟਰਾਂਸਪੇਰੈਂਟ ਹੋਣ ਕਰਕੇ ਸਾਨੂੰ ਜ਼ਿਆਦਾ ਪ੍ਰੋਬਲਮਸ ਦੀ ਦਿੱਕਤ ਨਹੀਂ ਆਉਂਦੀ। ਦੱਸੋ ਕਿੰਨੀ ਦੇਰ ਦਾ ਤੁਹਾਨੂੰ ਐਕਸਪੀਰੀਅੰਸ ਹੈ, ਔਰ ਕੀ ਕਹਿਣਾ ਚਾਹੋਗੇ ਕਿ ਇੱਕ ਗੋਡੇ ਬਚਾਉਣ ਵਾਲਾ ਡਾਕਟਰ ਹੈ, ਕਿ ਕਿਸ ਤਰੀਕੇ ਨਾਲ ਲੋਕ ਰਹਿਣ ਕਿ ਜਿਹਦੇ 'ਚ ਗੋਡੇ ਬਦਲਣੇ ਨਾ ਪੈਣ, ਔਰ ਅਗਰ ਬਦਲਣੇ ਪੈਣਾ ਜਾਣ ਤਾਂ ਲੋਕ ਕਈ ਵਾਰੀ ਘਿੜਸ ਸੜ ਕੇ ਸਾਰੀ ਜ਼ਿੰਦਗੀ ਕੱਢ ਦਿੰਦੀਆਂ, ਬੁੜੀਆਂ ਬੰਦੇ ਪੈਸਾ ਇੰਨਾ ਕਮਾਇਆ ਹੋਇਆ ਹੁੰਦਾ, ਲੇਕਿਨ ਡਰਦੇ ਪੈਸੇ ਦੀ ਉਹਨਾਂ ਨੂੰ ਪ੍ਰੋਬਲਮ ਨਹੀਂ ਹੁੰਦੀ, ਲੇਕਿਨ ਡਰ ਉਹਨਾਂ ਦੇ ਮਨ 'ਚ ਹੁੰਦਾ। ਕੀ ਕਹਿਣਾ ਚਾਹੋਗੇ ਕਿ ਇਹ ਸਿੰਪਲ ਆਪਰੇਸ਼ਨ ਜਿੱਦਾਂ ਹੁਣ ਆਪਾਂ ਆਪਰੇਸ਼ਨ ਕਰਾਉਂਦੇ ਸੀਗੇ, ਅੱਜ ਕੱਲ੍ਹ ਕੋਈ ਵੱਡੇ ਕੱਟ ਵੀ ਨਹੀਂ ਲੱਗਦੇ, ਇੰਨਾ ਖੂਨ ਵੀ ਨਹੀਂ ਲਾਸ ਹੁੰਦਾ, ਕੀ ਕਹਿਣਾ ਚਾਹੋਗੇ? ਦੇਖੋ ਪਹਿਲਾਂ ਨਾਲੋਂ ਟੈਕਨੋਲੋਜੀ ਬਹੁਤ ਚੇਂਜ ਹੋ ਚੁੱਕੀ ਹੈ। ਪਹਿਲੀ ਗੱਲ ਤਾਂ ਗੋਡੇ ਨੂੰ ਜਿਹੜਾ ਆਪਣਾ ਉਹਨਾਂ ਦਾ ਨੈਚੁਰਲ ਗੋਡਾ ਹੈ, ਜੇ ਬਹੁਤ ਜ਼ਿਆਦਾ ਪੇਨ ਨਹੀਂ ਹੈ, ਟੋਲਰੇਬਲ ਹੈ ਔਰ ਚੱਲ ਰਿਹਾ ਵਾ, ਉਹਨੂੰ ਅਸੀਂ ਇਹੀ ਸਲਾਹ ਦਿੰਦੇ ਹਾਂ ਕਿ ਇਹਨੂੰ ਚਲਾਓ ਸਾਲ 2 ਸਾਲ। ਉਦੋਂ ਜਦੋਂ ਬਹੁਤ ਹੀ ਦਿੱਕਤ ਆ ਜਾਂਦੀ ਹੈ, ਪੇਸ਼ੈਂਟ ਦਾ ਚੱਲਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ, ਤਾਂ ਪਤਾ ਹੈ ਕਿ ਹੋਰ ਕੋਈ ਆਪਸ਼ਨ ਨਹੀਂ ਬਚੀ, ਜਸਟ ਇਹਨਾਂ ਨੂੰ ਰਿਪਲੇਸਮੈਂਟ ਕਰਵਾਉਣੀ ਪਏਗੀ। ਫਿਰ ਅਸੀਂ ਉਹਨਾਂ ਨੂੰ ਰਿਪਲੇਸਮੈਂਟ ਦੇ ਪ੍ਰੀਕਾਸ਼ਨਸ ਕੀ ਹੈ ਬਾਅਦ ਵਿੱਚ ਲੈਣੇ ਆ, ਇਹ ਪਹਿਲਾਂ ਪ੍ਰੋਪਰਲੀ ਸਮਝਾਉਂਦੇ ਹਾਂ, ਕਿਸ ਤਰ੍ਹਾਂ ਉਹਨਾਂ ਨੂੰ ਆਪਣੇ ਲਾਈਫ ਸਟਾਈਲ ਚੇਂਜਿਸ ਕਰਨੀਆਂ ਪੈਣੀਆਂ, ਕਿਸ ਟਾਈਪ ਦਾ ਗੋਡਾ ਪਾਉਂਦੇ ਹੈਗੇ ਆ। ਔਰ ਗਵਰਨਮੈਂਟ ਨੇ ਇੱਕ ਅੱਛਾ ਕੰਮ ਕੀਤਾ ਹੈ ਕਿ ਕੈਪਿੰਗ ਕਰ ਦਿੱਤੀ ਹੈ ਨੀ ਰਿਪਲੇਸਮੈਂਟ ਦੀ, ਉਹਦੇ ਕਰਕੇ ਪਹਿਲਾਂ ਨਾਲੋਂ ਰਿਪਲੇਸਮੈਂਟਸ ਬਹੁਤ ਸਸਤਾ ਹੋ ਗਿਆ ਹੈ, ਅਫੋਰਡੇਬਲ ਹੋ ਗਿਆ ਹੈ, ਇਹਨੂੰ ਆਮ ਮਿਡਲ ਕਲਾਸ ਫੈਮਿਲੀ ਵੀ ਅਫੋਰਡ ਕਰ ਸਕਦਾ ਈਜ਼ੀਲੀ। ਉਹਨਾਂ ਨੂੰ ਅਸੀਂ ਪੈਕੇਜਿਸ ਉਸ ਹਿਸਾਬ ਨਾਲ ਦਿੰਦੇ ਹਾਂ, 2 ਫਾਈਨੈਂਸ਼ੀਅਲ ਕੰਡੀਸ਼ਨ ਪੇਸ਼ੈਂਟ ਦੀ ਦੇਖਦੇ ਹੋਏ ਵੀ ਅਸੀਂ ਆਪਣੇ ਪੈਕੇਜਿਸ ਥੋੜ੍ਹੇ ਵੇਰੀ ਕਰਦੇ ਹਾਂ, ਬਟ ਇਸ ਤਰ੍ਹਾਂ ਪੇਸ਼ੈਂਟਸ ਨੂੰ ਬਹੁਤ ਹੈਲਪ ਮਿਲਦੀ ਹੈ। ਅੱਜ ਕੱਲ੍ਹ ਆਮ ਬੰਦਾ ਜਿਹੜਾ ਮਿਡਲ ਕਲਾਸ ਪਰਸਨ ਹੈ ਈਜ਼ੀਲੀ ਅਫੋਰਡ ਕਰ ਸਕਦਾ ਹੈ। ਇਸ ਤੋਂ ਇਲਾਵਾ ਗਵਰਨਮੈਂਟ ਦੀਆਂ ਸਕੀਮਸ ਵੀ ਹੈ, ਜਿਹੜੇ ਗੋਡੇ ਬਦਲਾਉਣ ਦੇ ਪੇਸ਼ੈਂਟਸ ਹੁੰਦੇ ਆ ਉਹਨਾਂ ਨੂੰ ਹੈਲਪ ਕਰਦੀਆਂ, ਔਰ ਜਿਵੇਂ ਕਿ ਆਯੁਸ਼ਮਾਨ ਦੇ ਵਿੱਚ ਗੋਡੇ ਪਹਿਲਾਂ ਫ੍ਰੀ ਚੇਂਜ ਹੋ ਜਾਂਦੇ ਹੁੰਦੇ ਸੀ ਗੋਡੇ ਦੇ, ਹੁਣ ਫॉर द ਟਾਈਮ ਬਿੰਗ ਸਰਕਾਰ ਨੇ ਉਹ ਰੋਕਿਆ ਹੋਇਆ ਹੈ, ਬਟ ਸਰਕਾਰ ਕਿਸੇ ਹੋਰ ਪਰਪਸ ਮਤਲਬ ਹੋਰ ਪਾਲਿਸੀ ਲਿਆ ਸਕਦੀ ਹੈ ਇਨ ਫਿਊਚਰ, ਜਿਹਦੇ ਕਰਕੇ ਇਹਨਾਂ ਪੇਸ਼ੈਂਟਸ ਨੂੰ ਵੀ ਹੈਲਪ ਮਿਲ ਸਕਦੀ ਹੈ। ਤਾਂ ਸਰ ਤੁਹਾਡੇ ਕੋਲ ਬੜਾ ਲੰਬਾ ਡਾਟਾ ਹੈ ਆਰਥੋ ਦਾ, ਤੁਸੀਂ ਬਹੁਤ ਹੀ ਪੁਰਾਣੀ ਤੁਹਾਡੀ ਨੌਲੇਜ ਹੈਗੀ ਹੈ, ਕੀ ਕਹਿਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ ਆਰਥੋ ਦਾ?
ਦੇਖੋ ਇੱਕ ਤਾਂ ਪਹਿਲਾਂ ਤਾਂ ਮੇਨ ਅੱਜਕੱਲ ਜੋ ਸਭ ਤੋਂ ਪਹਿਲਾਂ ਚੱਲ ਰਿਹਾ ਹੈ ਕਰੋਨਾ, ਉਹਦੇ ਲਈ ਇਹੀ ਹੈ ਕਿ ਹਜੇ ਵੀ ਸੋਸ਼ਲ ਡਿਸਟੈਂਸਿੰਗ ਆਪਣੀ ਮੇਨਟੇਨ ਕਰੋ ਔਰ ਪ੍ਰੋਪਰ ਮਾਸਕ ਵਗੈਰਾ ਲਗਾ ਕੇ ਰੱਖੋ। ਸੈਕੰਡਲੀ ਆਰਥੋ ਪੁਆਇੰਟ ਆਫ ਵਿਊ ਦੇ ਨਾਲ ਇਸ 'ਤੇ ਹੀ ਕਹਿੰਦੇ ਕਿ ਆਪਣਾ ਜੋ ਫਿਜ਼ੀਕਲ ਐਕਟੀਵਿਟੀ ਹੈ, ਫਿਜ਼ੀਓਥੈਰੇਪੀ ਹੈ, ਪ੍ਰੋਪਰ ਵਰਕ ਇਹ ਕਰਦੇ ਰਹੋ। ਤੀਜਾ ਆਪਣਾ weight ਹੈ ਉਹ ਚੈੱਕ ਵਿੱਚ ਰੱਖੋ, ਆਪਣੇ ਖਾਣ ਪੀਣ ਦਾ ਪਰਹੇਜ਼ ਕਰੋ। ਕੋਈ ਵੀ ਪ੍ਰੋਬਲਮ ਆਉਂਦੀ ਹੈ ਰਿਲੇਟਿਡ ਟੂ ਆਰਥੋਪੈਡਿਕ, ਤੁਸੀਂ ਸਿਆਣਿਆਂ ਦੀ ਦੇਸੀ ਟ੍ਰੀਟਮੈਂਟ ਨਾਲੋਂ ਇੱਕ ਸਪੈਸ਼ਲਿਸਟ ਦੀ ਸਲਾਹ ਲੈਣੀ ਜ਼ਰੂਰੀ ਹੈ। ਕਈ ਵਾਰ ਕੀ ਹੁੰਦਾ ਹੈ ਕਿ ਪੇਸ਼ੈਂਟ ਜਿਵੇਂ ਕਿ ਰੂਰਲ ਏਰੀਆ 'ਚ ਹੀ ਕਰਦਾ ਹੈ ਕਿ ਪਹਿਲਾਂ ਦੇਸੀ ਜਿਹੜੇ ਡਾਕਟਰਸ ਹੁੰਦੇ ਹੈਗੇ ਆ ਜਿਨ੍ਹਾਂ ਨੂੰ ਨਈ ਨੌਲੇਜ ਉਹਨਾਂ ਕੋਲ ਜਾਂਦਾ ਹੈ ਔਰ ਕੇਸ ਖਰਾਬ ਕਰਵਾ ਕੇ ਪ੍ਰੈਜ਼ੈਂਟ ਕਰਦਾ ਹੈ ਸਾਡੇ ਕੋਲ। ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਟ੍ਰੀਟਮੈਂਟ ਪਰਪਸ ਹੁੰਦਾ ਹੈ ਉਹ ਸਾਰਾ ਚੇਂਜ ਹੋ ਜਾਂਦਾ ਹੈ। ਮੈਨੇਜਮੈਂਟ ਜਿਹੜੇ ਆਪਸ਼ਨਸ ਹੁੰਦੇ ਆ ਉਹ ਪੇਸ਼ੈਂਟ ਦੇ ਚੇਂਜ ਹੋ ਜਾਂਦੇ ਹੈਗੇ ਆ। ਇਸੇ ਕਰਕੇ ਕੋਈ ਵੀ ਦਿੱਕਤ ਆਉਂਦੀ ਹੈ ਇੱਕ ਟਾਈਮਲੀ ਤੁਹਾਨੂੰ ਸਪੈਸ਼ਲਿਸਟ ਡਾਕਟਰ ਦੀ ਸਲਾਹ ਲੈ ਲੈਣੀ ਚਾਹੀਦੀ ਹੈ। ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਸਾਨੂੰ ਕੀਮਤੀ ਸਮਾਂ ਦਿੱਤਾ। ਅਸੀਂ ਚਾਹਾਂਗੇ ਇਸ ਚੈਨਲ ਦੇ ਮਾਧਿਅਮ ਤੇ ਤੁਹਾਡੇ ਸਮਾਂ ਅਸੀਂ ਆਪਣੇ ਦਰਸ਼ਕਾਂ ਨਾਲ ਸ਼ੇਅਰ ਕਰੀ ਦੇਣਾ। ਥੈਂਕ ਯੂ, ਵੈਲਕਮ ਪਲੀਜ਼।